ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ। ਅੱਜ ਗੱਲ ਕਰਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ, ਉਹਨਾਂ ਦੇ ਇਤਿਹਾਸ ਦੇ ਬਾਰੇ, ਉਹਨਾਂ ਦਾ ਜਨਮ ਕਦੋਂ ਹੁੰਦਾ ਹੈ, ਕਿਹੜੀ ਜਗ੍ਹਾ ਹੁੰਦਾ ਹੈ। ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ, ਸਿੱਖ ਧਰਮ ਦੇ ਬਾਨੀ। ਅੱਜ ਉਹਨਾਂ ਬਾਰੇ ਗੱਲ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਰਾਏ ਭੋਜ ਦੀ ਤਲਵੰਡੀ ਵਿਖੇ ਹੋਇਆ, ਜਿਸ ਨੂੰ ਕਿ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਜੋ ਕਿ ਅਜੋਕੇ ਸਮੇਂ ਵਿੱਚ ਪਾਕਿਸਤਾਨ ਵਿੱਚ ਸਥਿਤ ਹੈ। ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਲਿਆਣ ਦਾਸ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ। ਆਪ ਜੀ ਦੇ ਪਿਤਾ ਜੀ ਤਲਵੰਡੀ ਅਤੇ ਉਸ ਦੇ ਇਰਦ ਗਿਰਦ ਦੇ ਇਲਾਕੇ ਦੇ ਅਹਿਲਕਾਰ, ਰਾਏ ਬੁਲਾਰ ਦੇ ਕਾਰਦਾਰ ਅਤੇ ਮੁਖਤਾਰ ਸਨ। ਆਪ ਆਪਣਾ ਕੰਮ ਪੂਰਨ ਯੋਗਤਾ, ਇਮਾਨਦਾਰੀ ਅਤੇ ਰੱਬੀ ਰਹਿਮ ਨਾਲ ਕਰਦੇ ਸਨ। ਇਸ ਕਰਕੇ ਇਲਾਕੇ ਦੇ ਜਾਣੀ ਕਿ ਉਸ ਇਲਾਕੇ ਦੇ ਸਾਰੇ ਲੋਕ ਉਹਨਾਂ ਦੇ ਗੁਣ ਗਾਉਂਦੇ ਅਤੇ ਉਹਨਾਂ ਨੂੰ ਵਡਿਆਉਂਦੇ ਸਨ, ਉਹਨਾਂ ਦੀ ਵਡਿਆਈ ਕਰਦੇ ਸਨ। ਇਸ ਦੇ ਨਾਲ ਹੀ ਰਾਏ ਬੁਲਾਰ ਨੂੰ ਆਪ ਜੀ ਦੀ ਯੋਗਤਾ ਉੱਪਰ ਪੂਰਾ ਭਰੋਸਾ ਅਤੇ ਐਤਬਾਰ ਸੀ। ਆਪ ਜੀ ਦੀ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ ਜੀ ਸੀ। ਭੈਣ ਨਾਨਕੀ ਜੀ ਆਪ ਤੋਂ ਕੋਈ 5 ਕੁ ਸਾਲ ਵੱਡੇ ਸਨ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੱਡੀ ਭੈਣ ਨੂੰ ਬੇਬੇ ਜੀ ਕਿਹਾ ਕਰਦੇ ਸਨ। ਬੇਬੇ ਨਾਨਕੀ ਜੀ ਦੇ ਨਾਂ 'ਤੇ ਹੀ ਉਹਨਾਂ ਦੇ ਵੀਰ ਦਾ ਨਾਮ ਨਾਨਕ ਰੱਖਿਆ ਗਿਆ। ਬੇਬੇ ਨਾਨਕੀ ਜੀ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਰਤਾਰੀ ਜੋਤ ਦੇ ਪ੍ਰਤੱਖ ਦਰਸ਼ਨ ਕੀਤੇ ਸਨ ਅਤੇ ਉਹਨਾਂ ਦੀ ਸਿੱਖਿਆ ਧਾਰਨ ਕੀਤੀ। ਸਮਾਂ ਪਾ ਕੇ ਬੀਬੀ ਜੀ ਦਾ ਵਿਆਹ ਸੁਲਤਾਨਪੁਰ ਦੇ ਦੀਵਾਨ ਜੈ ਰਾਮ ਜੀ ਨਾਲ ਹੋਇਆ। ਭਾਈਆ ਜੈ ਰਾਮ ਜੀ ਦੇ ਪਿਆਰ ਸਦਕਾ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅਗਲੇਰੇ ਜੀਵਨ ਵਿੱਚ ਸੁਲਤਾਨਪੁਰ ਲੋਧੀ ਜਾ ਟਿਕੇ ਸਨ। ਇਸ ਤੋਂ ਬਾਅਦ ਗੱਲ ਕਰਾਂਗੇ ਗੁਰੂ ਸਾਹਿਬ ਦੇ ਬਚਪਨ ਬਾਰੇ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਲ ਅਵਸਥਾ ਵਿੱਚ ਹੀ ਆਮ ਬਾਲਾਂ ਜਿਹੇ ਨਹੀਂ ਸਨ। ਆਪ ਮੁੱਢ ਤੋਂ ਹੀ ਸੰਤੋਖੀ, ਵਿਚਾਰਵਾਨ ਬਿਰਤੀ ਵਾਲੇ ਸੀ। ਆਪ ਜਦੋਂ ਕਿਸੇ ਲੋੜਵੰਦ ਨੂੰ ਤੱਕਦੇ ਸੀ ਜਾਂ ਉਸ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ, ਜੋ ਚੀਜ਼ ਘਰੋਂ ਪ੍ਰਾਪਤ ਕਰ ਸਕਦੇ ਉਹ ਉਸ ਨੂੰ ਦੇ ਕੇ ਖੁਸ਼ੀ ਮਹਿਸੂਸ ਕਰਦੇ ਸੀ। ਇਹਨਾਂ ਬਾਲ ਚੋਜਾਂ ਕਾਰਨ ਉਹ ਸਭ ਦੇ ਹਰਮਨ ਪਿਆਰੇ ਹੋ ਗਏ। 7 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਬ੍ਰਾਹਮਣ ਅਧਿਆਪਕ ਪਾਸ ਪੜ੍ਹਨ ਭੇਜਿਆ, ਜਿਸ ਤੋਂ ਆਪ ਜੀ ਨੇ ਦੇਵਨਾਗਰੀ ਦੇ ਨਾਲ ਨਾਲ ਗਣਿਤ, ਵਹੀ ਖਾਤੇ ਬਾਰੇ ਵੀ ਗਿਆਨ ਪ੍ਰਾਪਤ ਕੀਤਾ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਪ੍ਰਸ਼ਨ ਹੀ ਪਾਂਧੇ ਨੂੰ ਇਹ ਕੀਤਾ, ਪਾਂਧੇ ਤੂੰ ਕੁਝ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਣਾ ਹੈ। ਇਹ ਪ੍ਰਸ਼ਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਾਂਧੇ ਨੂੰ ਪੁੱਛਿਆ, ਪਾਂਧੇ ਤੂੰ ਕੁਝ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਣਾ ਹੈ। ਪਾਂਧਾ ਬਗੈਰ ਇਹ ਜਾਣੇ ਕਿ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲ ਗਿਆ, ਪੜ੍ਹਾਈ ਕਰਾਈ ਜਾ ਰਿਹਾ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਜਿਸ ਵਿੱਦਿਆ ਪੜ੍ਹਨ ਨਾਲ ਮਾਇਆ ਦਾ ਜੰਜਾਲ ਹੀ ਨਾ ਟੁੱਟਾ, ਐਸੀ ਵਿੱਦਿਆ ਪੜ੍ਹਨ ਦਾ ਕੀ ਲਾਭ। ਪਾਂਧੇ ਨੂੰ ਮਹਾਂਪਾਂਧਾ ਮਿਲ ਗਿਆ, ਜਾਣੀ ਕਿ ਉਸਤਾਦ ਨੂੰ ਉਸਤਾਦ ਮਿਲ ਪਿਆ। ਪਾਂਧਾ ਗੁਰੂ ਸਾਹਿਬ ਦੀ ਅਧਿਆਤਮਵਾਦੀ ਪਹੁੰਚ ਅੱਗੇ ਨਤਮਸਤਕ ਹੋਇਆ। ਪਾਂਧੇ ਨੂੰ ਅਸਲੀ ਵਿੱਦਿਆ ਦੀ ਦਾਤ ਅਤੇ ਰੌਸ਼ਨੀ ਮਿਲੀ। ਗੁਰੂ ਸਾਹਿਬ ਜੀ ਨੇ ਪਾਂਧੇ ਨੂੰ ਸਤਨਾਮ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਫਾਰਸੀ ਅਤੇ ਇਸਲਾਮੀ ਸਾਹਿਤ ਦੀ ਸਿੱਖਿਆ ਸਥਾਨਕ ਮੌਲਵੀ ਪਾਸੋਂ ਲਈ। ਆਪ ਜੀ ਨੇ ਇੱਕੋ ਵਾਰ ਅਰਬੀ ਦੀ ਵਰਨਮਾਲਾ ਪੜ੍ਹ ਲਈ। ਮੁੱਲਾ ਇਹ ਦੇਖ ਹੈਰਾਨ ਹੋਇਆ। ਇਸ ਤੋਂ ਬਾਅਦ ਮੌਲਵੀ ਵੀ ਆਪ ਜੀ ਦੇ ਗਿਆਨ ਖੜਗ ਦਾ ਕਾਇਲ ਹੋ ਗਿਆ। ਉਪਰੰਤ ਆਪ ਦੇ ਪਿਤਾ ਜੀ ਨੇ ਆਪ ਦੀ ਜੰਗਲ ਬੇਲੇ ਨਾਲ ਪਿਆਰ ਅਤੇ ਚਿੰਤਕ ਬਿਰਤੀ ਹੋਣ ਕਾਰਨ ਸੋਚਿਆ ਕਿ ਕਿਉਂ ਨਾ ਆਪ ਜੀ ਨੂੰ ਗਊਆਂ ਮੱਝਾਂ ਦੀ ਦੇਖਭਾਲ ਦਾ
ਕੰਮ ਸੌਂਪਿਆ ਜਾਵੇ। ਆਪ ਪਿਤਾ ਜੀ ਦੀ ਕਹੀ ਗੱਲ ਮੰਨ ਗਏ। ਗੁਰੂ ਸਾਹਿਬ ਜੀ ਗਊਆਂ ਮੱਝਾਂ ਦੇ ਵਾਗੀ ਬਣ ਗਏ। ਇੱਕ ਦਿਨ ਰੋਜ਼ ਵਾਂਗੂ ਗੁਰੂ ਸਾਹਿਬ ਜੀ ਗਊਆਂ ਮੱਝੀਆਂ ਜੰਗਲ ਵਿੱਚ ਲੈ ਗਏ। ਗਊਆਂ ਮੱਝਾਂ ਚਰਨ ਲੱਗ ਪਈਆਂ। ਛੇਤੀ ਹੀ ਆਪ ਜੀ ਦੀ ਬਿਰਤੀ ਪਰਮਾਤਮਾ ਨਾਲ ਜੁੜ ਗਈ। ਪਸ਼ੂ ਚਰਦੇ ਚਰਦੇ ਭੱਟੀ ਜੱਟ ਦੀ ਪੈਲੀ ਵਿੱਚ ਜਾ ਵੜੇ। ਇਹ ਵੇਖ ਪੈਲੀ ਵਾਲਾ ਨੱਸਾ ਆਇਆ। ਜਦੋਂ ਉਸਨੇ ਗਊਆਂ ਮੱਝਾਂ ਪੈਲੀ ਵਿੱਚ ਚਰਦੀਆਂ ਵੇਖੀਆਂ ਤਾਂ ਉਹ ਉਸ ਵੇਲੇ ਨੱਸਾ ਆਇਆ। ਗੁਰੂ ਸਾਹਿਬ ਜੀ ਨੂੰ ਵੇਖ ਕੇ ਆਖਣ ਲੱਗਾ, ਵੇਖੋ ਘਰੋਂ ਆਇਆ ਜੇ ਡੰਗਰ ਚਾਰਨ ਹੈ ਤਾਂ ਇੱਥੇ ਆ ਦਰਖਤ ਦੀ ਛਾਵੇਂ ਸੁੱਤਾ ਪਿਆ ਹੈ। ਗੁਰੂ ਸਾਹਿਬ ਜੀ ਸਾਵਧਾਨ ਹੋਏ, ਨੇਤਰ ਖੋਲ੍ਹੇ ਅਤੇ ਧਰਵਾਸ ਦਿੱਤੀ, ਪਰੰਤੂ ਉਹ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਵਾਗੀ ਤੇ ਵਗ ਨੂੰ ਰਾਏ ਬਲਾਰ ਪਾਸ ਲੈ ਗਿਆ। ਰਾਏ ਬਲਾਰ ਨੇ ਫੈਸਲਾ ਕਰਵਾਉਣ ਲਈ ਇੱਕ ਬੰਦੇ ਨੂੰ ਫਸਲ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭੇਜਿਆ ਕਿ ਤੂੰ ਜਾ, ਤੂੰ ਫਸਲ ਦਾ ਨੁਕਸਾਨ ਵੇਖ ਕੇ ਆ। ਪਰ ਜਦੋਂ ਪੈਲੀ ਵੱਲ ਤੱਕਿਆ ਤਾਂ ਖੇਤੀ ਹਰੀ ਭਰੀ ਲਹਿ ਲਹਿ ਕਰ ਰਹੀ ਸੀ। ਰਾਏ ਬਲਾਰ ਦੇ ਆਦਮੀਆਂ ਨੇ ਸਭ ਹਾਲਾਤਾਂ ਨੂੰ ਉਸ ਨੂੰ ਜਾ ਦੱਸਿਆ। ਇਹ ਕੌਤਕ ਵੇਖ ਕੇ ਰਾਏ ਬਲਾਰ ਨਿਸ਼ਚਾ ਹੋ ਗਿਆ ਕਿ ਆਪ ਜੀ ਰੱਬ ਦੇ ਨਵਾਜੇ ਹੋਏ ਕੋਈ ਖਾਸ ਵਲੀ ਹਨ। ਕੁਝ ਦਿਨਾਂ ਮਗਰੋਂ ਰਾਏ ਬਲਾਰ ਨੇ ਇੱਕ ਹੋਰ ਕੌਤਕ ਵੇਖਿਆ। ਉਹ ਘੋੜੀ ਉੱਪਰ ਚੜਿਆ ਕਿਸੇ ਲਾਗਲੇ ਪਿੰਡ ਤੋਂ ਵਾਪਸ ਪਰਤ ਰਿਹਾ ਸੀ। ਉਸਨੇ ਵੇਖਿਆ ਕਿ ਵੇਲੇ ਵਿੱਚ ਇੱਕ ਰੁੱਖ ਦੀ ਛਾਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਘੂਕ ਸੁੱਤੇ ਹੋਏ ਸਨ। ਗਊਆਂ ਮੱਝੀਆਂ ਆਪ ਜੀ ਦੇ ਦੁਆਲੇ ਘੇਰਾ ਕੱਤੀ ਬੈਠੀਆਂ ਹਨ ਜਾਂ ਹੋਰ ਨੇੜੇ ਹੋਈਆਂ। ਜਦੋਂ ਰਾਏ ਬਲਾਰ ਹੋਰ ਨੇੜੇ ਹੋਇਆ ਤਾਂ ਦੇਖਿਆ ਕਿ ਇੱਕ ਫਨੀਅਰ ਸੱਪ ਗੁਰੂ ਜੀ ਨੂੰ ਛਾਂ ਕਰੀ ਬੈਠਾ ਹੈ। ਘੋੜੀ ਦੀਆਂ ਟਾਂਪਾਂ ਦੀ ਖੜਾਕ ਸੁਣ ਕੇ ਸੱਪ ਫਨ ਵਲੇਟੇ ਛਪਨ ਹੋ ਗਿਆ। ਗੁਰੂ ਸਾਹਿਬ ਜੀ ਉੱਠ ਬੈਠੇ ਤੇ ਪਿਆਰ ਭਰੀ ਮੁਸਕਰਾਹਟ ਨਾਲ ਰਾਏ ਬਲਾਰ ਵੱਲ ਤੱਕਣ ਲੱਗੇ। ਰਾਏ ਬਲਾਰ ਇਹ ਕੌਤਕ ਵੇਖ ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਉਸ ਦਿਨ ਤੋਂ ਗੁਰੂ ਸਾਹਿਬ ਜੀ ਦਾ ਪੱਕਾ ਸ਼ਰਧਾਲੂ ਹੋ ਗਿਆ। ਆਰੰਭ ਤੋਂ ਹੀ ਆਪ ਜੀ ਦਾ ਸੁਭਾਅ ਦਲੀਲਬਾਜ਼ੀ ਵਾਲਾ ਸੀ। ਆਪ ਜੀ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਆਖਦੇ ਸਨ। 9 ਸਾਲ ਦੀ ਉਮਰ ਵਿੱਚ ਜਦੋਂ ਆਪ ਜੀ ਨੂੰ ਜਨੇਊ ਪਹਿਨਣ ਦੀ ਰਸਮ ਪੂਰੀ ਕਰਨ ਲਈ ਕਿਹਾ ਗਿਆ ਤਾਂ ਆਪ ਜੀ ਨੇ ਇਹ ਆਖ ਕੇ ਵਿਰੋਧ ਕੀਤਾ ਕਿ ਮੈਂ ਉਹ ਜਨੇਊ ਪਾਵਾਂਗਾ ਜੋ ਟੁੱਟਦਾ ਤੇ ਸੜਦਾ ਨਹੀਂ, ਸਗੋਂ ਅਗਲੀ ਦਰਗਾਹੇ ਵੀ ਨਾਲ ਨਿਭੇ। ਆਪ ਜੀ ਦੀ ਹਰ ਸਮੇਂ ਵਾਹਿਗੁਰੂ ਵਿੱਚ ਲੀਨ ਰਹਿਣ ਦੀ ਅਵਸਥਾ ਕਾਰਨ ਪਿਤਾ ਜੀ ਨੂੰ ਸ਼ੱਕ ਹੋਇਆ ਕਿ ਸ਼ਾਇਦ ਆਪ ਜੀ ਨੂੰ ਕੋਈ ਸਰੀਰਕ ਰੋਗ ਹੈ, ਜਿਸ ਕਰਕੇ ਉਹਨਾਂ ਨੇ ਇਲਾਜ ਲਈ ਵੈਦ ਬੁਲਾਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੈਦ ਨੂੰ ਸੰਬੋਧਨ ਕਰਦੇ ਫਰਮਾਇਆ, ਵੈਦ ਬੁਲਾਇਆ ਵੈਦਗੀ ਪਕੜ, ਢਢੋਲੇ ਬਾਂਹ, ਭੋਲਾ ਵੈਦ ਨਾ ਜਾਣੀਏ ਕਰਕ ਕਲੇਜੇ ਮਾਂ। ਪਿਤਾ ਜੀ ਆਪ ਜੀ ਨੂੰ ਕਿਸੇ ਧੰਦੇ ਜਾਂ ਵਪਾਰ ਵਿੱਚ ਲਗਾਉਣ ਦੇ ਇਛੁਕ ਸਨ। ਪਿਤਾ ਜੀ ਨੇ ਆਪ ਨੂੰ ਕੁਝ ਪੈਸੇ ਦੇ ਕੇ ਲਾਗਲੇ ਨਗਰ ਚੂੜਕਾਣੇ ਵਪਾਰ ਕਰਨ ਲਈ ਭੇਜਿਆ ਕਿ ਉੱਥੇ ਜਾ ਕੇ ਵਸਤਾਂ ਖਰੀਦਣ ਲਈ ਭੇਜਿਆ। ਰਸਤੇ ਵਿੱਚ ਆਪ ਜੀ ਨੂੰ ਭੋਲੇ ਪੁਰਸ਼ਾਂ ਦੀ ਟੋਲੀ ਮਿਲੀ, ਜਾਣੋ ਕਿ ਸਾਧੂਆਂ ਦੀ ਭੁੱਖਣ ਭਾਣੇ ਸਾਧੂਆਂ ਦੀ ਟੋਲੀ ਮਿਲੀ। ਆਪ ਜੀ ਨੇ ਸਾਰੇ ਪੈਸੇ ਉਹਨਾਂ ਨੂੰ ਭੋਜਨ ਛਕਾਉਣ ਅਤੇ ਉਹਨਾਂ ਦੀ ਮਦਦ ਕਰਨ ਵਿੱਚ ਖਰਚ ਕਰ ਦਿੱਤੇ। ਇਸ ਜਗ੍ਹਾ ਆਪ ਜੀ ਨੇ ਭੋਜਨ ਛਕਾਇਆ। ਉਸ ਜਗ੍ਹਾ ਹੁਣ ਵੀ ਗੁਰਦੁਆਰਾ ਸੱਚਾ ਸੌਦਾ ਮੌਜੂਦ ਹੈ। ਆਪ ਜੀ ਦੇ ਵਿਵਹਾਰ ਤੋਂ ਅਸੰਤੁਸ਼ਟ ਹੋ ਪਿਤਾ ਜੀ ਨੇ ਆਪ ਨੂੰ ਭਾਈਆ ਜੈ ਰਾਮ ਕੋਲ ਸੁਲਤਾਨਪੁਰ ਲੋਧੀ ਜਾਣ ਦੀ ਆਗਿਆ ਕੀਤੀ। ਜੈ ਰਾਮ ਜੀ ਨੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਪਾਸ ਆਪ ਜੀ ਦੇ ਪੜ੍ਹੇ ਲਿਖੇ ਅਤੇ ਨੇਕ ਸੁਭਾਅ ਦੀ ਸਿਫਾਰਿਸ਼ ਕਰ ਆਪ ਜੀ ਨੂੰ ਯੋਗ ਨੌਕਰੀ ਦਵਾ ਦਿੱਤੀ। ਆਪ ਜੀ ਨੇ ਮੋਦੀ ਖਾਨੇ ਨੌਕਰੀ ਕੀਤੀ, ਜਿੱਥੇ ਕਰ ਵਜੋਂ
ਲਿਆ ਅਨਾਜ ਲੋਕਾਂ ਵਿੱਚ ਵੇਚਿਆ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਮੋਦੀਖਾਨੇ ਦਾ ਕੰਮ ਬਹੁਤ ਯੋਗਤਾ ਨਾਲ ਨਿਭਾਉਂਦੇ ਹੋਏ ਸੱਚਾ ਬੋਲ, ਪੂਰਾ ਤੋਲ ਅਤੇ ਸਤੀ ਵਿਵਹਾਰ ਕਾਰਨ ਦੀ ਜਾਂਚ ਮਨੁੱਖਤਾ ਨੂੰ ਸਿਖਾਈ। ਆਪ ਲੋੜਵੰਦਾਂ ਦੀ ਮਦਦ ਯਥਾ ਸ਼ਕਤ ਆਪਣੇ ਅਧਿਕਾਰ ਖੇਤਰ ਅੰਦਰ ਰਹਿ ਕੇ ਕਰਦੇ। ਪੁਰਾਤਨ ਜਨਸਾਖੀ ਅਨੁਸਾਰ ਇੱਕ ਦਿਨ ਇੱਕ ਲੋੜਵੰਦ ਰਸਦ ਖਰੀਦਣ ਆਇਆ। ਤੋਲ ਕਰਦੇ ਸਮੇਂ ਜਦੋਂ ਆਪ 12 ਤੋਂ 13 ਦੇ ਤੋਲ ਪਰ ਪਹੁੰਚੇ ਤਾਂ ਆਪ 13 ਉਚਾਰਨ ਕਰਦੇ ਵਿਸਮਾਦ ਦੇ ਮੰਡਲ ਵਿੱਚ ਲੀਨ ਹੋ ਕਰਤਾ ਵਿੱਚ ਇਕਮਿਕ ਹੋ ਗਏ। ਇਲਾਕੇ ਦੇ ਲੋਕ ਗੁਰੂ ਸਾਹਿਬ ਜੀ ਦੇ ਇਹਨਾਂ ਰਹੱਸਵਾਦੀ ਅਨੁਭਵਾਂ ਨੂੰ ਵੇਖ ਆਪ ਜੀ ਅੱਗੇ ਨਤਮਸਤਕ ਹੋਏ। ਈਰਖਾਵਾਨਾਂ ਨੇ ਨਵਾਬ ਪਾਸ ਜਾਲੂਤੀਆਂ ਲਾਈਆਂ ਕਿ ਨਾਨਕ ਤਾਂ ਮੋਦੀਖਾਨਾ ਲੁਟਾਈ ਜਾ ਰਿਹਾ ਹਨ। ਨਵਾਬ ਨੇ ਲੋਕਾਂ ਦੀ ਚੁਗਲੀ ਵਿੱਚ ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ। ਪਰੰਤੂ ਜਦੋਂ ਸਾਰੇ ਹਿਸਾਬਾਂ ਦਾ ਜੋੜ ਮੇਲ ਕੀਤਾ ਗਿਆ ਤਾਂ ਇੱਕ ਵਿੱਚ ਵੀ ਵਾਧਾ ਨਿਕਲਿਆ ਤੇ ਗੁਰੂ ਸਾਹਿਬ ਜੀ ਦੋਸ਼ ਮੁਕਤ ਸਾਬਤ ਹੋਏ। ਨਵਾਬ ਨੂੰ ਗੁਰੂ ਸਾਹਿਬ ਜੀ ਦੀ ਯੋਗਤਾ ਤੇ ਇਮਾਨਦਾਰੀ ਦਾ ਨਿਸ਼ਚਾ ਹੋ ਗਿਆ ਅਤੇ ਨਿੰਦਕਾਂ ਚੁਗਲਾਂ ਨੂੰ ਆਪਣੇ ਸਿਰ ਨੀਵੇਂ ਕਰਨੇ ਪਏ। ਆਪ ਜੀ 13 ਦੀ ਯਾਦ ਵਿੱਚ ਲੀਨ ਰਹਿ ਪਰਮਾਤਮਾ ਦੀ ਆਰਾਧਨਾ ਕਰਦੇ ਰਹੇ। 18 ਸਾਲ ਦੀ ਉਮਰ ਵਿੱਚ ਆਪ ਜੀ ਦੀ ਸ਼ਾਦੀ ਬਟਾਲਾ ਨਿਵਾਸੀ ਸ਼੍ਰੀ ਮੂਲਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਨਿਯਤ ਹੋਈ। ਆਪ ਜੀ ਦੇ ਘਰ ਦੋ ਸਪੁੱਤਰ ਬਾਬਾ ਲਖਮੀ ਦਾਸ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਜਨਮ ਲਿਆ। ਆਪ ਜੀ ਨੇ ਮੋਦੀਖਾਨਾ ਵਿੱਚ ਸਹਿਯੋਗ ਤਰੀਕੇ ਨਾਲ ਚਲਾਇਆ ਅਤੇ ਜਿਸ ਕਾਰਜ ਨੇ ਪਿਤਾ ਜੀ ਦੀ ਆਪ ਪ੍ਰਤੀ ਬਣੇ ਰਵੱਈਏ ਨੂੰ ਬਦਲਣ ਵਿੱਚ ਅਹਿਮ ਰੋਲ ਅਦਾ ਕੀਤਾ। ਰਾਤ ਦੇ ਸਮੇਂ ਆਪ ਜੀ ਪਰਮਾਤਮਾ ਦੀ ਕਿਰਤੀ ਦਾ ਗਾਇਨ ਕਰਦੇ ਅਤੇ ਇੱਕ ਮੁਸਲਮਾਨ ਭਾਈ ਮਰਦਾਨਾ ਜੀ ਰਵਾਬ ਵਜਾ ਕੇ ਆਪ ਜੀ ਦਾ ਸਾਥ ਦਿੰਦੇ। ਰੋਜ਼ ਦੀ ਨਿਆਈ ਇੱਕ ਦਿਨ ਅੰਮ੍ਰਿਤ ਵੇਲੇ ਆਪ ਜੀ ਵਹੀਂ ਵਿੱਚ ਇਸ਼ਨਾਨ ਕਰਨ ਗਏ। ਆਪ ਜੀ ਇਸ਼ਨਾਨ ਸਮੇਂ ਪਰਮਾਤਮਾ ਨਾਲ ਇਕਸੁਰ ਹੋ ਗਏ। ਅਨੁਭਵ ਕੀਤਾ ਕਿ ਆਪ ਸਰਵ ਸ਼ਕਤੀਮਾਨ ਪਰਮਾਤਮਾ ਦੇ ਸਨਮੁਖ ਖੜੇ ਹਨ। ਜੀਵਨ ਉਦੇਸ਼ ਦੀ ਪੂਰਤੀ ਲਈ ਅਕਾਲ ਪੁਰਖ ਪਾਸੋਂ ਆਪ ਜੀ ਨੂੰ ਆਸ਼ੀਰਵਾਦ ਪ੍ਰਾਪਤ ਹੋਇਆ। 3 ਦਿਨ ਬਾਅਦ ਜਦੋਂ ਆਪ ਮੁੜ ਵਈ ਨਦੀ ਚੋਂ ਬਾਹਰ ਆਏ ਤਾਂ ਆਪ ਜੀ ਨੇ ਪਹਿਲਾ ਉਦੇਸ਼ ਇਹੋ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਮਹਾਂਵਾਕਾਂ ਨੇ ਲੋਕਾਂ ਵਿੱਚ ਉਤੇਜਨਾ ਪੈਦਾ ਕੀਤੀ। ਸ਼ਹਿਰ ਦੇ ਕਾਜੀ ਦੀ ਸ਼ਿਕਾਇਤ ਤੇ ਆਪ ਜੀ ਨੇ ਨਵਾਬ ਸਾਹਮਣੇ ਪੇਸ਼ ਕੀਤਾ ਗਿਆ ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਗਿਆ। ਆਪਣੇ ਵਿਚਾਰਾਂ ਨੂੰ ਸਪਸ਼ਟਤਾ ਦੇਣ ਲਈ ਆਪ ਜੀ ਨੇ ਆਲੋਚਕਾਂ ਦੇ ਨਾਲ ਮਸਜਿਦ ਵਿੱਚ ਚਲੇ ਗਏ, ਜਿੱਥੇ ਕਾਜੀ ਨੇ ਨਮਾਜ਼ ਪੜ੍ਹਨ ਲਈ ਮੋਮਨਾਂ ਦੀ ਅਗਵਾਈ ਕੀਤੀ। ਆਪ ਜੀ ਨੇ ਨਮਾਜ਼ ਵਿੱਚ ਸ਼ਾਮਲ ਨਹੀਂ ਹੋਏ। ਜਦੋਂ ਕਾਜੀ ਤੇ ਨਵਾਬ ਨੇ ਆਪ ਜੀ ਨੂੰ ਇਸ ਬਾਬਤ ਪੁੱਛਿਆ ਤਾਂ ਆਪ ਨੇ ਸਪਸ਼ਟ ਕਿਹਾ ਕਿ ਕਾਜੀ ਜੀ, ਤੁਸੀਂ ਨਮਾਜ਼ ਪੜ੍ਹਨ ਦੀ ਥਾਂ ਘਰ ਜੰਮੀ ਨਵੀਂ ਵਿਸ਼ੇਰੀ ਦੀ ਚਿੰਤਾ ਕਰ ਰਹੇ ਸੀ ਤੇ ਨਵਾਬ ਹੁਣੀ ਤਾਂ ਕਾਬਲ ਵਿੱਚ ਘੋੜੇ ਖਰੀਦਣ ਪਿੱਛੇ ਲੱਗੇ ਫਿਰਦੇ ਸਨ। ਇਸ ਤਰ੍ਹਾਂ ਆਪ ਨਮਾਜ਼ ਪੜ੍ਹਦੇ ਹੋਏ ਵੀ ਗੈਰ ਹਾਜ਼ਰ ਸੀ ਤੇ ਜੇਕਰ ਮੈਂ ਨਮਾਜ਼ ਵਿੱਚ ਸ਼ਾਮਲ ਨਹੀਂ ਹੋਇਆ ਤਾਂ ਕੀ ਗੁਨਾਹ ਹੋ ਗਿਆ। ਇਸ ਅੰਤਰ ਆਤਮਾ ਜਾਣਨਹਾਰੇ ਦੀ ਗੱਲ ਸੁਣ ਦੋਵੇਂ ਬਹੁਤ ਸ਼ਰਮਸਾਰ ਹੋਏ। ਜਾਣੀ ਨਵਾਬ ਤੇ ਕਾਜੀ ਦੋਨੋਂ ਬਹੁਤ ਸ਼ਰਮਸਾਰ ਹੋਏ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਸਾਰਾ ਕੁਝ ਦੱਸਿਆ। ਇਸ ਘਟਨਾ ਤੋਂ ਉਪਰੰਤ ਆਪ ਜੀ ਨੇ ਦੌਲਤ ਖਾਂ ਦੀ ਨੌਕਰੀ ਛੱਡ ਅਤੇ ਅਕਾਲ ਪੁਰਖ ਵੱਲੋਂ ਸੌਂਪਿਆ ਜੀਵਨ ਉਦੇਸ਼ ਆਰੰਭ ਕਰਨ ਦਾ ਫੈਸਲਾ ਕੀਤਾ। ਭਾਈ ਮਰਦਾਨਾ ਜੀ ਨੂੰ ਰਬਾਬੀ ਨੂੰ ਨਾਲ ਲੈ ਕੇ ਆਪ ਜੀ ਨੇ ਅਹਿਮਦਾਬਾਦ ਦੇ ਸਥਾਨ ਤੇ ਭਾਈ ਲਾਲੋ ਜੀ, ਜੋ ਕਿ ਇੱਕ ਤਰਖਾਣ ਸੀ,
ਦੇ ਘਰ ਠਹਿਰੇ। ਸਥਾਨਕ ਫੌਜਦਾਰ ਮਲਕ ਭਾਗੋ ਨੇ ਆਪਣੇ ਗ੍ਰਹਿ ਵਿਖੇ ਆਪ ਜੀ ਨੂੰ ਇੱਕ ਮਹਿਮਾਨ ਵਜੋਂ ਇੱਕ ਮਹਾਨ ਭੋਜ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਦਿੱਤਾ। ਜਿਹੜਾ ਕਿ ਉੱਥੇ ਦਾ ਸਥਾਨਕ ਫੌਜਦਾਰ ਸੀ ਨਾ ਮਲਿਕ ਭਾਗੋ, ਉਸਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਇੱਕ ਬਹੁਤ ਤਕੜੇ ਭੋਜਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗੁਰੂ ਸਾਹਿਬ ਜੀ ਨੂੰ। ਗੁਰੂ ਸਾਹਿਬ ਜੀ ਨੇ ਹਰਾਮ ਦੀ ਕਮਾਈ ਵੇਲੇ ਮਹਾਨ ਭੇਜ ਦੇ ਸਵਾਦਿਸ਼ਟ ਪਕਵਾਨਾਂ ਨਾਲੋਂ ਭਾਈ ਲਾਲੋ ਜੀ ਦੀ ਹੱਕ ਹਲਾਲ ਦੀ ਰੁੱਖੀ ਮਿੱਸੀ ਰੋਟੀ ਖਾਣ ਨੂੰ ਤਰਜੀਹ ਦਿੱਤੀ। ਮਲਕ ਭਾਗੋ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀਤਾ ਕਿ ਤੇਰੇ ਭੋਜਨ ਵਿੱਚੋਂ ਗਰੀਬੀ ਮਿਹਨਤੀਆਂ ਦਾ ਲਹੂ ਦੀ ਝਲਕ ਪੈਂਦੀ ਹੈ। ਜਦੋਂ ਕਿ ਭਾਈ ਲਾਲੋ ਦੀ ਦਸਾਂ ਨੌਹਾਂ ਦੀ ਕਿਰਤ ਦੇ ਪ੍ਰਸ਼ਾਦੇ ਚੋਂ ਕਿਰਤਕਾਰੀ ਰਹਿਮਤ ਤੇ ਦੁੱਧ ਦੀ ਝਲਕ ਦਿਸਦੀ ਹੈ। ਇਹ ਸੁਣ ਮਲਕ ਭਾਗੋ ਗੁਰੂ ਸਾਹਿਬ ਦੇ ਚਰਨੀ ਪਿਆ ਤੇ ਆਪਣੀ ਭੁੱਲ ਬਖਸ਼ਾਈ। ਗੁਰੂ ਸਾਹਿਬ ਜੀ ਨੇ ਭਾਈ ਲਾਲੋ ਨੂੰ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਥਾਪਿਆ, ਜਾਣੀ ਕਿ ਭਾਈ ਲਾਲੋ ਜੀ ਨੂੰ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਥਾਪਿਆ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਮੁਲਤਾਨ ਦੇ ਲਾਗੇ ਤੁਲੰਬਾ ਨਗਰ ਦੇ ਸਥਾਨ ਤੇ ਸੱਜਣ ਠੱਗ ਨੂੰ ਮਿਲਣ ਵਾਸਤੇ ਗਏ। ਇਹ ਆਪਣੇ ਆਪ ਨੂੰ ਸ਼ੇਖ ਕਹਿੰਦਾ ਸੀ। ਜਿਹੜਾ ਸੱਜਣ ਠੱਗ ਸੀ ਆਪਣੇ ਆਪ ਨੂੰ ਸ਼ੇਖ ਕਹਿੰਦਾ ਸੀ। ਇਸ ਨੇ ਹਿੰਦੂਆਂ ਲਈ ਮੰਦਰ ਅਤੇ ਮੁਸਲਮਾਨਾਂ ਲਈ ਮਸਜਿਦਾਂ ਦੀ ਸਥਾਪਨਾ ਅਤੇ ਯਾਤਰੂਆਂ ਦੇ ਠਹਿਰਨ ਲਈ ਅਤੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਸੀ। ਰਾਤ ਦੇ ਸਮੇਂ ਯਾਤਰੂਆਂ ਕੋਲੋਂ ਸਾਰਾ ਸਮਾਨ ਖੋਹ ਕੇ ਉਹਨਾਂ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ ਸੀ। ਰਾਤ ਸਮੇਂ ਜਦੋਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਤਾਂ ਇਹ ਸ਼ਬਦ ਸੱਜਣ ਦੇ ਹਿਰਦੇ ਨੂੰ ਟੁੰਬ ਗਿਆ। ਜਦੋਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਤਾਂ ਇਹ ਸੱਜਣ ਠੱਗ ਦੇ ਹਿਰਦੇ ਨੂੰ ਟੁੰਬ ਗਿਆ। ਗੁਰੂ ਸਾਹਿਬ ਜੀ ਦੀ ਅਧਿਆਤਮਵਾਦੀ ਸ਼ਖਸੀਅਤ ਤੋਂ ਸੱਜਣ ਠੱਗ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਹ ਹੁਣ ਕੇਵਲ ਸੱਜਣ ਹੀ ਰਹਿ ਗਿਆ, ਜਾਣੀ ਕਿ ਠੱਗ ਉਸ ਦੇ ਨਾਂ ਨਾਲੋਂ ਉਤਰ ਗਿਆ। ਸੱਜਣ ਦਾ ਡੇਰਾ ਗੁਰੂ ਘਰ ਦੀ ਪਹਿਲੀ ਧਰਮਸ਼ਾਲਾ ਬਣਿਆ। ਗੁਰੂ ਸਾਹਿਬ ਜੀ ਨੇ ਸੱਜਣ ਨੂੰ ਇਸ ਧਰਮਸ਼ਾਲਾ ਵਿਖੇ ਪ੍ਰਚਾਰਕ ਨਿਯੁਕਤ ਕੀਤਾ। ਗੁਰੂ ਸਾਹਿਬ ਜੀ ਦੀ ਇਸ ਛੋਟੀ ਜਿਹੀ ਪੰਜਾਬ ਫੇਰੀ ਨੇ ਸਿੱਖੀ ਪ੍ਰਚਾਰ ਦੀ ਉਹ ਨੀਂਹ ਰੱਖੀ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਇੱਕ ਇਨਕਲਾਬ ਦਾ ਰੂਪ ਧਾਰਨ ਕਰ ਜਰਵਾਣਿਆਂ ਤੋਂ ਸਮਾਜ ਨੂੰ ਮੁਕਤ ਕਰ ਸਮਾਜ ਨੂੰ ਇੱਕ ਅਕਾਲ ਪੁਰਖ ਦੇ ਪੁਜਾਰੀ ਹੋਣ ਵੱਲ ਪ੍ਰੇਰਿਤ ਕੀਤਾ। ਉਪਰੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੁਖ ਖੋਜਤ ਭਾਏ ਉਦਾਸੇ ਦੇ ਮਹਾਵਾਕ ਅਨੁਸਾਰ ਲੰਮੀਆਂ ਉਦਾਸੀਆਂ ਦੀ ਯਾਤਰਾ ਆਰੰਭ ਕਰ ਦਿੱਤੀ। ਆਓ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਪੂਰਬ ਵੱਲ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤ ਲੁਕਾਈ ਨੂੰ ਸੋਧਣ ਹਿੱਤ ਪਹਿਲੀ ਉਦਾਸੀ ਪੂਰਬ ਵੱਲ ਨੂੰ ਆਰੰਭ ਕੀਤੀ, ਜਿਸ ਦੀ ਦਿਸ਼ਾ ਵਿੱਚ ਹਿੰਦੂ ਮਤ ਦੇ ਨਾਲ ਸੰਬੰਧਿਤ ਜ਼ਿਆਦਾਤਰ ਧਾਰਮਿਕ ਸਥਾਨ ਸਨ। ਉਹ ਇਹਨਾਂ ਧਾਰਮਿਕ ਅਸਥਾਨਾਂ ਤੇ ਤਿਉਹਾਰਾਂ ਦੇ ਮੌਕੇ ਗਏ ਤਾਂ ਜੋ ਉੱਥੇ ਜਾ ਕੇ ਉਹ ਧਾਰਮਿਕ ਅਸਥਾਨਾਂ ਨਾਲ ਸੰਬੰਧਿਤ ਗੱਦੀ ਨਸ਼ੀਨਾਂ ਨੂੰ ਅਤੇ ਵਧੇਰੇ ਤੋਂ ਵਧੇਰੇ ਆਮ ਲੋਕਾਂ ਦੇ ਨਾਲ ਰੂਬਰੂ ਹੋ ਸਕਣ। ਇਸ ਯਾਤਰਾ ਦੌਰਾਨ ਆਪ ਕੁਰੂਕਸ਼ੇਤਰ ਸਥਾਨ ਤੇ ਪਹੁੰਚੇ। ਸੂਰਜ ਗ੍ਰਹਿਣ ਹੋਣ ਦੇ ਕਾਰਨ ਇਸ ਤੀਰਥ ਅਸਥਾਨ ਤੇ ਕਾਫੀ ਲੋਕ ਇਕੱਤਰਿਤ ਹੋਏ ਸਨ। ਬ੍ਰਾਹਮਣੀ ਕਰਮ ਅਨੁਸਾਰ ਸੂਰਜ ਹਿਣ ਮੌਕੇ ਅੱਗ ਨਹੀਂ ਬਾਲੀ ਜਾ ਸਕਦੀ, ਕੁਝ ਕੁ ਰਿੰਨਿਆਂ ਤੇ ਪਕਾਇਆ ਨਹੀਂ ਜਾ ਸਕਦਾ, ਬਲਕਿ ਮਾਸ ਰੰਨਣਾ ਤਾਂ ਹੋਰ ਵੀ ਘੋਰ ਪਾਪ ਸਮਝਿਆ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਸ਼ੰਕਿਆਂ ਦਾ ਨਿਵਾਰਣ ਹਿੱਤ ਬ੍ਰਾਹਮਣੀ ਕਰਮ ਦੇ ਉਲਟ ਅੱਗ ਬਾਲ ਰਿੰਨਣਾ ਪਕਾਉਣਾ ਸ਼ੁਰੂ ਕਰ ਦਿੱਤਾ। ਧੂਆਂ ਉੱਡਦਾ ਦੇਖ ਲੋਕ ਕ੍ਰੋਧ ਵਿੱਚ ਆਏ। ਧਿੱਤ ਹੋਏ ਅੰਧ ਵਿਸ਼ਵਾਸਾਂ ਵਿੱਚ ਖਚਿੱਤ ਲੋਕ ਗੁਰੂ ਸਾਹਿਬ ਨੂੰ ਊਲ ਜਲੂਲ ਬੋਲਣ ਲੱਗੇ। ਗੁਰੂ ਸਾਹਿਬ ਜੀ ਨੇ ਆਪਣੇ ਪਵਿੱਤਰ ਅਤੇ ਨਿਰਮਲ ਬਚਨਾਂ ਨਾਲ ਸਭ ਨੂੰ ਚੁੱਪ ਕਰਵਾ ਦਿੱਤਾ। ਗੁਰੂ ਸਾਹਿਬ ਜੀ ਦੀਆਂ ਦਲੀਲਾਂ ਅਤੇ
ਸ਼ਖਸੀਅਤ ਤੋਂ ਪ੍ਰਭਾਵਿਤ ਹੋ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ, ਆਪ ਜੀ ਦੇ ਮੁਰੀਦ ਹੋ ਗਏ। ਇੱਥੋਂ ਚੱਲ ਕੇ ਗੁਰੂ ਸਾਹਿਬ ਜੀ ਹਿੰਦੂ ਧਰਮ ਦੇ ਪ੍ਰਸਿੱਧ ਤੀਰਥ ਅਸਥਾਨ ਹਰਿਦੁਆਰ ਵਿਖੇ ਪਹੁੰਚੇ। ਹਰਿਦੁਆਰ ਦੇ ਸਥਾਨ ਤੇ ਬਹੁਤ ਸਾਰੇ ਹਿੰਦੂ ਲੋਕ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਗੁਰੂ ਸਾਹਿਬ ਜੀ ਨੇ ਦੇਖਿਆ ਕਿ ਸਾਰੇ ਲੋਕ ਗੰਗਾ ਵਿੱਚ ਇਸ਼ਨਾਨ ਕਰਨ ਦੇ ਨਾਲ ਨਾਲ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਸੂਰਜ ਨੂੰ ਪਾਣੀ ਵੀ ਚੜ੍ਹਾ ਰਹੇ ਸੀ। ਗੁਰੂ ਸਾਹਿਬ ਜੀ ਨੇ ਕੋਈ ਪ੍ਰਸ਼ਨ ਕਰਨ ਤੋਂ ਬਿਨਾਂ ਪੱਛਮ ਵਾਲੇ ਪਾਸੇ ਨੂੰ ਪਾਣੀ ਦੇਣ ਲੱਗ ਪਏ। ਜਾਣੀ ਗੁਰੂ ਸਾਹਿਬ ਜੀ ਉਹਨਾਂ ਤੋਂ ਉਲਟ ਪੱਛਮ ਵਾਲੇ ਪਾਸੇ ਪਾਣੀ ਦੇਣ ਲੱਗ ਪਏ। ਲੋਕ ਇਹ ਦੇਖ ਬਹੁਤ ਹੈਰਾਨ ਹੋਏ ਅਤੇ ਪੁੱਛਣ ਲੱਗੇ, ਆਪ ਪੱਛਮ ਨੂੰ ਪਾਣੀ ਕਿਉਂ ਦੇ ਰਹੇ ਹੋ? ਤਾਂ ਗੁਰੂ ਸਾਹਿਬ ਨੇ ਪੁੱਛਿਆ, ਤੁਸੀਂ ਪੂਰਬ ਵੱਲ ਕਿਉਂ ਪਾਣੀ ਦੇ ਰਹੇ ਹੋ? ਤਾਂ ਲੋਕਾਂ ਨੇ ਕਿਹਾ, ਅਸੀਂ ਤਾਂ ਪਰਲੋਕ ਵਿੱਚ ਜਾ ਚੁੱਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ। ਗੁਰੂ ਸਾਹਿਬ ਜੀ ਨੇ ਕਿਹਾ, ਮੈਂ ਪੰਜਾਬ ਵਿੱਚ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ ਹਾਂ। ਤਾਂ ਲੋਕ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਇਹ ਪਾਣੀ ਤੁਹਾਡੀਆਂ ਪੈਲੀਆਂ ਤੱਕ ਪਹੁੰਚ ਸਕਦਾ ਹੈ? ਤਾਂ ਗੁਰੂ ਸਾਹਿਬ ਜੀ ਨੇ ਆਖਿਆ, ਜੇਕਰ ਮੇਰਾ ਸੁੱਟਿਆ ਪਾਣੀ ਇਸ ਜਹਾਨ ਵਿੱਚ ਮੇਰੀਆਂ ਪੈਲੀਆਂ ਤੱਕ ਨਹੀਂ ਪਹੁੰਚ ਸਕਦਾ ਤਾਂ ਇਹ ਪਰਲੋਕ ਵਿੱਚ ਤੁਹਾਡੇ ਪੁਰਖਿਆਂ ਤੱਕ ਕਿਵੇਂ ਪਹੁੰਚ ਸਕਦਾ ਹੈ? ਲੋਕ ਗੁਰੂ ਸਾਹਿਬ ਜੀ ਦੀ ਸਿਧਾਂਤਿਕ ਸਪਸ਼ਟਤਾ ਅਤੇ ਸਪਸ਼ਟਤਾ ਅੱਗੇ ਨਤਮਸਤਕ ਹੋਏ। ਇਹ ਗੱਲਾਂ ਸੁਣ ਲੋਕ ਨਤਮਸਤਕ ਹੋਏ ਅਤੇ ਵਹਿਮਾਂ ਦਾ ਤਿਆਗ ਕਰ ਗੁਰੂ ਸਾਹਿਬ ਜੀ ਦੇ ਮੁਰੀਦ ਬਣ ਗਏ। ਹਰਿਦੁਆਰ ਤੋਂ ਚੱਲ ਕੇ ਗੁਰੂ ਸਾਹਿਬ ਜੀ ਗੋਰਖਮਤੇ ਪਹੁੰਚੇ, ਜੋ ਜੋਗ ਮਤ ਦਾ ਪ੍ਰਮੁੱਖ ਕੇਂਦਰ ਸੀ। ਗੋਰਖਮਤੇ ਦੇ ਅਸਥਾਨ ਤੇ ਆਪ ਜੀ ਦੀ ਸਿੱਧਾਂ ਨਾਲ ਚਰਚਾ ਹੋਈ। ਸਿੱਧ ਚਰਚਾ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੋਲ ਹਾਰ ਖਾ ਗਏ। ਉਸ ਸਮੇਂ ਤੋਂ ਗੋਰਖ ਮਤਾ ਨਾਨਕ ਮਤੇ ਦੇ ਨਾਂ ਨਾਲ ਪ੍ਰਸਿੱਧ ਹੋਇਆ। ਨਾਨਕ ਮਤੇ ਤੋਂ ਚੱਲ ਕੇ ਆਪ ਜੀ ਬਨਾਰਸ ਪਹੁੰਚੇ। ਬਨਾਰਸ ਦੇ ਸਥਾਨਕ ਅਟੇ ਆਪ ਜੀ ਦੀ ਚਰਚਾ ਜ਼ਿਆਦਾ ਜਨਮ ਸਾਖੀਆਂ ਅਨੁਸਾਰ ਪੰਡਤ ਚਤਰਦਾਸ ਨਾਲ ਹੋਈ ਮਿਲਦੀ ਹੈ। ਪੰਡਤ ਚਤਰਦਾਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਅੱਗੇ ਨਿਰੁੱਤਰ ਹੋ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਵਿਖੇ ਮੌਜੂਦ ਭਗਤ ਕਬੀਰ ਅਤੇ ਭਗਤ ਰਵਿਦਾਸ ਨਾਲ ਗੋਸ਼ਟ ਕਰਨ ਉਪਰੰਤ ਇਹਨਾਂ ਦੋਹਾਂ ਭਗਤਾਂ ਦੀ ਰਚਨਾ ਨੂੰ ਆਪਣੇ ਪਾਸ ਸੰਭਾਲ ਲਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਭਗਤਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਯੋਗ ਸਥਾਨ ਦਿੱਤਾ ਹੈ। ਬਨਾਰਸ ਤੋਂ ਚੱਲ ਕੇ ਗੁਰੂ ਸਾਹਿਬ ਜੀ ਗਇਆ ਵਿੱਚੋਂ ਹੁੰਦੇ ਹੋਏ ਪਟਨਾ ਵਿਖੇ ਪੁੱਜੇ। ਪਟਨਾ ਵਿਖੇ ਆਪ ਜੀ ਦੀ ਮੁਲਾਕਾਤ ਸਲਾਸ ਰਾਏ ਚੌਧਰੀ ਨਾਲ ਹੋਈ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਇੱਕ ਕੀਮਤੀ ਰਤਨ ਦੇ ਕੇ ਮੁੱਲ ਪਵਾਉਣ ਲਈ ਭੇਜਿਆ। ਭਾਈ ਮਰਦਾਨਾ ਅਲੱਗ-ਅਲੱਗ ਲੋਕਾਂ ਕੋਲੋਂ ਉਸ ਦਾ ਮੁੱਲ ਪਵਾਉਂਦਾ ਹੋਇਆ ਸਾਸ ਰਾਏ ਜੌਹਰੀ ਪਾਸ ਪਹੁੰਚ ਗਿਆ। ਸਲਾਸ ਰਾਏ ਨੇ ਇਸ ਰਤਨ ਦੇ ਦਰਸ਼ਨ ਭੇਂਟ ਹੀ 100 ਰੁਪਇਆ ਦੇ ਦਿੱਤੀ। ਜਦੋਂ ਉਸਨੇ ਉਸਦੇ ਦਰਸ਼ਨ ਕੀਤੇ ਤਾਂ ਉਸਨੇ 100 ਰੁਪਇਆ ਭੇਂਟ ਦੇ ਦਿੱਤੀ। ਗੁਰੂ ਸਾਹਿਬ ਜੀ ਨੇ 100 ਰੁਪਏ ਵਾਪਸ ਕਰ ਸਾਲਸ ਰਾਏ ਦੀ ਖੋਟੇ ਖਰੇ ਦੀ ਪਹਿਚਾਣ ਦੀ ਕਦਰ ਕੀਤੀ। ਮਨੁੱਖ ਜਨਮ ਨੂੰ ਹੀਰੇ ਵਾਂਗ ਅਨਮੋਲ ਦੱਸ ਇਸ ਨੂੰ ਅਜਾਈ ਨਾ ਗਵਾਉਣ ਦਾ ਉਪਦੇਸ਼ ਦਿੱਤਾ। ਭਾਈ ਸਾਲਸ ਰਾਏ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪ ਧਰਮਸ਼ਾਲਾ ਦੀ ਸਥਾਪਨਾ ਕੀਤੀ। ਇੱਥੋਂ ਚੱਲ ਕੇ ਆਪ ਜੀ ਕਾਮਰੂਪ ਅਸਾਮ ਵਿਖੇ ਪਹੁੰਚੇ। ਉੱਥੇ ਨੂਰ ਸ਼ਾਹ ਜਿਹੀਆਂ ਜਾਦੂਗਰਨੀਆਂ ਨੇ ਆਪ ਨੂੰ ਛਲਣਾ ਚਾਹਿਆ। ਗੁਰੂ ਨਾਨਕ ਸਾਹਿਬ ਜੀ ਨੇ ਉਸ ਦਾ ਜਾਦੂ ਤੋੜਿਆ ਅਤੇ ਉਸ ਨੂੰ ਸੱਚੇ ਆਚਰਣ ਦੀ, ਸੱਚੀ ਦੌਲਤ ਅਤੇ ਸੱਚੀ ਸੁੰਦਰਤਾ ਦਾ ਉਪਦੇਸ਼ ਕੀਤਾ ਤੇ ਧਰਮਸ਼ਾਲਾ ਦੀ ਸਥਾਪਨਾ ਕੀਤੀ। ਜਗਨਨਾਥਪੁਰੀ ਦੇ ਪ੍ਰਸਿੱਧ ਹਿੰਦੂ ਤੀਰਥ ਅਸਥਾਨ ਤੇ ਆਪ ਜੀ ਨੇ ਮੂਰਤੀ ਦੇ ਸਾਹਮਣੇ ਕੀਤੀ ਜਾ ਰਹੀ ਪਰੰਪਰਾਗਤ ਆਰਤੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਪੁੱਛਣ ਤੇ ਆਪ ਜੀ ਨੇ
परमात्मा दी हर समय हो रही आरती दी चर्चा करते हुए शब्द गायन किया। गगन में थल रावी चंद दीपक बाने, जगन्नाथपुरी दे पांधे श्री गुरु नानक साहब जी दे द्वारा उपदेशित ब्रह्मंडी आरती अगे नतमस्तक होए। पूरी तो गुरु साहब जी वापस पंजाब नूं आ गए। इस प्रकार पहली उदासी समाप्त हुई। हुण गल करांगे दूसरी उदासी दी। दक्षिण वल कुछ समा पंजाब ठहरन उपरंत गुरु साहब जी ने दूसरी उदासी लई चाले पाए। इस उदासी दौरान आप जी बीकानेर के स्थान ते पहुँचे जो जैनियां दा प्रसिद्ध तीर्थ स्थान सी। जैनी जीवां नूं बचाउणा अपना धर्म समझ अपनी विष्ठा चों जीवां नूं बचाउंदे, जूआं नहीं मारदे, इशनान नहीं करते आदि कर्म कर अपने आप नूं धर्मी समझते सन। श्री गुरु नानक साहब जी ने इन्हां फोली फदीहत मूँह लैण पड़ासा वाले लोकां नूं एहसासां ते वहमां तो उपर उठ के करतार कुदरत विच पहचान उसकी कीर्ति करन दा उपदेश किया। रस्ते विच आप जी नूं उस कबीले बारे पता लगा जो मनुख जाति नूं खांदा सी। इस कबीले दा सरदार कौडा राखस सी। कौडे नूं गुरु साहब जी दे साथियां नूं खत्म करना चाहया। कौडे ने गुरु साहब जी दे साथियां नूं खत्म करना चाहया। उसने गर्म तेल दे कड़ाहे विच भाई मरदाने नूं सुੱਟਣਾ चाहया, परंतु जदों गुरु साहब जी ने अकाली बाणी उचारण की तां आप जी दे मूहों पवित्र बचन सुण कौडा अपने नैतिक कारजां नूं त्याग गुरु साहब जी दे चरनी पै गया अते सती उपदेश की जांचना की। गुरु साहब जी ने कौडे नूं आत्मिक ज्ञान की सोझी बख्शी। इस तो अगे गुरु साहब जी ने संगलादीप विखे जा पहुँचे। इत्थों का राजा शिवनाभ सी। इत्थे दा राजे का नाम सी शिवनाभ। श्री गुरु नानक साहब जी की आमद सुन राजे ने सुंदर इस्त्रियां स्वागत के बहाने भेजियां। श्री गुरु नानक साहब जी ने उन्हां इस्त्रियां नूं फरमाया, बच्चियो जियो उस प्रभु की किरती गाओ। मेरा मन तां प्रभु ने मोया होया है। राजा शिवनाभ गुरु साहब जी दे चरनी पिया अते सिੱਖੀ धारण की। इस तो बाद गल करांगे तीसरी उदासी बारे। उत्तर वल कुछ समा तलवंडी ठहरन तो बाद आप जी ने तीसरी उदासी आरंभ की। गुरु साहब जी दे सुमेर पर्बत ते जाण दा जिक्र भाई गुरदास जी दीआं वारां विच अते जन्म साखियां विच मौजूद है। इत्थे सिद्धां ते गुरु साहब जी पासों पहली गल ये पुछी, कौन शक्त तू इत्थे लियाई? तां श्री गुरु नानक साहब जी ने परमात्मा दे शब्द की ताकत नूं बयान करदे फरमाया, नानक नाम जपे जगत पाई। गुरु बाबे दे आत्मिक ज्ञान नूं वेख सिद्धा ने करामात दा सहारा लिया। सिद्धा ने खप्पर दे के बाबे नूं नेड़े दे तलाब तो पानी लियाउण ने कहा। गुरु साहब जी वापस आके कहण लगे, पानी तां उत्थे नहीं है। सिद्ध ये सुण शर्मसार होए श्री गुरु नानक साहब जी की अजमत अगे सिर नवाया। गुरु साहब जी ने सुमेर पर्बत अस्थान ते सिद्धा नाल जो विचार चर्चा की। इस तो बाद गुरु साहब जी लद्दाख तो होंदे हुए हुमेस गौंपा के स्थान ते पहुँचे। मौजूदा समय इस स्थान ते श्री गुरु नानक साहब जी की नानक लामा आके पूजा की जाती है। जाने इस स्थान ते श्री गुरु नानक साहब जी नूं गुरु नानक लामा आके पूजा की जाती है। इस उदासी दौरान आप मटन
ਸਾਹਿਬ ਤੋਂ ਅੱਗੇ ਸਿਆਲਕੋਟ ਪੁੱਜੇ। ਇੱਥੇ ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਬਾਜ਼ਾਰੋਂ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਖਰੀਦਣ ਵਾਸਤੇ ਭੇਜਿਆ। ਭਾਈ ਮੂਲਾ ਜੀ ਨੇ 2 ਪੈਸੇ ਲੈ ਕੇ ਇੱਕ ਕਾਗਜ਼ ਤੇ ਜੀਵਣਾ ਝੂਠ ਤੇ ਮਰਨਾ ਸੱਚ ਲਿਖ ਦਿੱਤਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੋਵੇਂ ਕਾਗਜ਼ ਪੀਰ ਹਮਜ਼ਾ ਗੌਸ ਅੱਗੇ ਧਰੇ। ਹਮਜ਼ਾ ਗੌਸ ਤਸੱਲੀ ਹੋਈ ਕਿ ਸ਼ਹਿਰ ਵਿੱਚ ਸਾਰੇ ਅਧਰਮੀ ਨਹੀਂ, ਧਰਮੀ ਵੀ ਹਨ। ਹਮਜ਼ਾ ਗੁਰੂ ਸਾਹਿਬ ਜੀ ਦੇ ਗਿਆਨ ਖੜਗ ਦਾ ਕਾਇਲ ਹੋ ਗਿਆ। ਇਸ ਤੋਂ ਬਾਅਦ ਗੱਲ ਕਰਾਂਗੇ ਚੌਥੀ ਉਦਾਸੀ ਬਾਰੇ। ਪੱਛਮ ਵੱਲ ਤਲਵੰਡੀ ਵਿਖੇ ਕੁਝ ਸਮਾਂ ਠਹਿਰਨ ਤੋਂ ਬਾਅਦ ਆਪ ਨੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਦੀ ਤਿਆਰੀ ਕੀਤੀ। ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਦੀ ਤਿਆਰੀ ਕੀਤੀ। ਇਸ ਵਾਰ ਆਪ ਜੀ ਨੇ ਮੁਸਲਮਾਨੀ ਸਥਾਨਾਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ। ਮੱਕੇ ਦੀ ਯਾਤਰਾ ਕਰਨ ਵੇਲੇ ਯਾਤਰੀ ਹਾਜੀ ਕਹਾਉਂਦੇ ਹਨ, ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹਾਜੀਆਂ ਵਾਂਗ ਹੱਜ ਗੁਜ਼ਾਰਨ ਵਰਗੀ ਤਿਆਰੀ ਕੀਤੀ। ਗੁਰੂ ਸਾਹਿਬ ਜੀ ਨੇ ਹਾਜੀਆਂ ਵਾਂਗ ਬਾਣਾ ਪਹਿਨ ਲਿਆ, ਨੀਲ ਬਸਤਰ ਪਾ ਕੇ ਇੱਕ ਕਸ਼ ਵਿੱਚ ਕਿਤਾਬ ਅਤੇ ਦੂਜੀ ਵਿੱਚ ਮੁਸੱਲਾ ਅਤੇ ਹੱਥਾਂ ਵਿੱਚ ਸੋਟਾ ਜਾਣੀ ਕਿ ਆਸਾ ਫੜ ਲਿਆ। ਭਾਈ ਮਰਦਾਨਾ ਜੀ ਆਪ ਜੀ ਦੇ ਸੰਗੀ ਸਨ। ਤਲਵੰਡੀ ਤੋਂ ਚੱਲ ਕੇ ਆਪ ਪਾਕਪਟਨ ਪਹੁੰਚੇ। ਪਾਕਪਟਨ ਵਿਖੇ ਸੂਫੀ ਮੱਥ ਦੇ ਚਿਸ਼ਤੀ ਸਿਲਸਿਲੇ ਦੇ ਵਾਰਸ ਸ਼ੇਖ ਇਬਰਾਹਿਮ ਨੂੰ ਮਿਲੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਮੁੰਦਰੀ ਰਸਤੇ ਰਾਹੀਂ ਮੱਕੇ ਪਹੁੰਚੇ। ਮੱਕਾ ਇੱਕ ਪ੍ਰਸਿੱਧ ਸ਼ਹਿਰ ਹੈ। ਧਾਰਮਿਕ ਜਗਤ ਵਿੱਚ ਇਸ ਦਾ ਵਿਸ਼ੇਸ਼ ਸਥਾਨ ਹੈ। ਇਸਲਾਮ ਦੇ ਆਗਮਨ ਤੋਂ ਪਹਿਲਾਂ ਵੀ ਮੱਕਾ ਬਹੁਤ ਵੱਡਾ ਵਪਾਰਕ ਕੇਂਦਰ ਸੀ। ਮੱਕੇ ਪਹੁੰਚ ਆਪ ਕਾਬੇ ਵੱਲ ਨੂੰ ਪੈਰ ਕਰਕੇ ਸੌਂ ਗਏ। ਮੁਸਲਮਾਨ ਦੁਨੀਆ ਵਿੱਚ ਕਿਤੇ ਵੀ ਹੋਵੇ, ਉਹ ਹਮੇਸ਼ਾ ਨਮਾਜ਼ ਪੜ੍ਹਦੇ ਸਮੇਂ ਕਾਬੇ ਨੂੰ ਹੀ ਸਜਦਾ ਕਰਦਾ ਹੈ। ਕਾਬੇ ਵੱਲ ਪੈਰ ਪਸਾਰਨ ਤੇ ਇੱਕ ਵੱਡਾ ਭਾਰੀ ਗੁਨਾਹ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਜੀ ਨੂੰ ਇੰਜ ਸੁੱਤਿਆਂ ਵੇਖ ਹਾਜੀਆਂ ਨੇ ਰੌਲਾ ਪਾਉਣਾ ਸਟਾਰਟ ਕੀਤਾ, ਜਾਣੀ ਕਿ ਹਾਜੀ ਰੌਲਾ ਪਾਉਣ ਲੱਗੇ। ਜੀਵਨ ਨਾਮੇ ਇੱਕ ਪੰਜਾਬੀ ਹਾਜੀ ਨੇ ਗੁਰੂ ਸਾਹਿਬ ਜੀ ਨੂੰ ਠੰਡ ਮਾਰਿਆ ਅਤੇ ਊਲ ਜਲੂਲ ਬੋਲਿਆ। ਗੁਰੂ ਸਾਹਿਬ ਜੀ ਹੱਸ ਪਏ ਅਤੇ ਪਿਆਰ ਭਰੀ ਆਵਾਜ਼ ਵਿੱਚ ਕਿਹਾ, ਮਿੱਤਰਾ ਮੈਂ ਦੇਸੀ ਹਾਂ, ਜਿੱਧਰ ਰੱਬ ਦਾ ਘਰ ਨਹੀਂ, ਮੇਰੀਆਂ ਲੱਤਾਂ ਉੱਧਰ ਨੂੰ ਕਰ ਦਿਓ। ਜੀਵਨ ਨੇ ਜਿਉਂ ਹੀ ਗੁਰੂ ਸਾਹਿਬ ਜੀ ਦੀਆਂ ਲੱਤਾਂ ਕਾਬੇ ਤੋਂ ਪਰੇ ਨੂੰ ਘੁਮਾਈਆਂ ਤਾਂ ਕੀ ਤੱਕਿਆ ਕਿ ਕਾਬਾ ਵੀ ਉਸੇ ਪਾਸੇ ਮੌਜੂਦ ਹੈ ਜਿਸ ਪਾਸੇ ਗੁਰੂ ਸਾਹਿਬ ਜੀ ਦੇ ਪੈਰ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹਾਜੀਆਂ ਨੂੰ ਪਰਮਾਤਮਾ ਦੀ ਸਰਵ ਵਿਆਪਕਤਾ ਨੂੰ ਸਪਸ਼ਟ ਕਰਦੇ ਹੋਏ ਉਸ ਦੇ ਸਰਗੁਣ ਸਰੂਪ ਨੂੰ ਸਮਝਣ ਦਾ ਉਪਦੇਸ਼ ਕੀਤਾ। ਅਗਲੀ ਸਵੇਰ ਜਦੋਂ ਸਾਰੇ ਹਾਜੀ ਗੁਰੂ ਸਾਹਿਬ ਜੀ ਦੇ ਦੁਆਲੇ ਆ ਜੁੜੇ ਅਤੇ ਆਪ ਜੀ ਨਾਲ ਚਰਚਾ ਕਰਨ ਲੱਗੇ, ਜਦੋਂ ਹਾਜੀਆਂ ਨੇ ਪੁੱਛਿਆ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ, ਤਾਂ ਆਪ ਜੀ ਨੇ ਉੱਤਰ ਦਿੱਤਾ, ਮੈਂ ਅੱਲਾ ਦਾ ਰਚਿਆ ਹੋਇਆ 5 ਤੱਤਾਂ ਦਾ ਪੁਤਲਾ ਹਾਂ, ਨਾ ਹਮ ਹਿੰਦੂ ਨਾ ਹਮ ਮੁਸਲਮਾਨ। ਕਾਜ਼ੀਆਂ ਨੇ ਫਿਰ ਪੁੱਛਿਆ, ਹਿੰਦੂ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਵੇਗਾ ਜਾਂ ਮੁਸਲਮਾਨ? ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਦਰਗਾਹ ਵਿੱਚ ਅਮਲਾ ਦੇ ਨਵੇੜੇ ਹੋਵੇਗਾ, ਜਾਣੀ ਕਿ ਦਰਗਾਹ ਵਿੱਚ ਤਾਂ ਅਮਲਾ ਦਾ ਨਵੇੜਾ ਹੋਵੇਗਾ। ਇਸ ਤੋਂ ਬਾਅਦ ਹਿੰਦੂ ਮੁਸਲਮਾਨ ਦੋਈ ਦਰਗਾਹ ਅੰਦਰ ਲੈਣ ਨਾ ਢੋਈ। ਹਾਜੀਆਂ ਨੇ ਗੁਰੂ ਸਾਹਿਬ ਤੋਂ ਕੋਈ ਨਿਸ਼ਾਨੀ ਮੰਗੀ ਤਾਂ ਗੁਰੂ ਸਾਹਿਬ ਜੀ ਨੇ ਆਪਣੀਆਂ ਖੜਾਵਾਂ ਨਿਸ਼ਾਨੀ ਵਜੋਂ ਦਿੱਤੀਆਂ। ਗੁਰੂ ਸਾਹਿਬ ਜੀ ਨੇ ਮੱਕੇ ਤੋਂ ਮਦੀਨਾ ਅਤੇ ਫਿਰ ਮੁਸਲਮਾਨਾਂ ਦੇ ਗੜ੍ਹ ਬਗਦਾਦ ਵਿਖੇ ਪਹੁੰਚੇ। ਬਗਦਾਦ ਵਿੱਚ ਆਪ ਜੀ ਦੀ ਮੁਲਾਕਾਤ ਫਕੀਰ ਸ਼ਾਹ ਬਹਿਲੋਲ ਨਾਲ ਹੋਈ। ਉਸ ਥਾਂ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਹੁਣ ਵੀ ਯਾਦਗਾਰੀ ਥੜਾ ਮੌਜੂਦ ਹੈ। ਬਗਦਾਦ ਤੋਂ ਆਪ ਤਹਿਰਾਨ, ਕੰਧਾਰ ਤੇ ਫਿਰ ਕਾਬਲ ਪਹੁੰਚੇ। ਕਾਬਲ ਉਸ ਸਮੇਂ
ਬਾਬਰ ਦੇ ਰਾਜ ਦੇ ਅਧੀਨ ਸੀ। ਗੁਰੂ ਸਾਹਿਬ ਜੀ ਨੇ ਕਾਬਲ ਵਿਖੇ ਸਿੱਖ ਧਰਮਸ਼ਾਲਾ ਦੀ ਸਥਾਪਨਾ ਕਰ ਪ੍ਰਚਾਰਕ ਨਿਯੁਕਤ ਕੀਤੇ। ਕਾਬਲ ਤੋਂ ਚੱਲ ਕੇ ਆਪ ਜਲਾਲਾਬਾਦ ਅਤੇ ਖੈਬਰ ਪਾਸ ਹੁੰਦੇ ਹੋਏ ਹਸਨ ਅਬਦਾਲ ਪਹੁੰਚੇ। ਹਸਨ ਅਬਦਾਲ ਵਿਖੇ ਪਹਾੜੀ ਉੱਪਰ ਵਲੀ ਕੰਧਾਰੀ ਦਾ ਡੇਰਾ ਸੀ। ਹਸਨ ਅਬਦਾਲ ਦੇ ਲੋਕ ਗੁਰੂ ਦਰਸ਼ਨ ਕਰ ਤ੍ਰਿਪਤ ਹੋਣ ਲੱਗੇ। ਵਲੀ ਕੰਧਾਰੀ ਨੇ ਗੁੱਸੇ ਵਿੱਚ ਆ ਪਾਣੀ ਦਾ ਚਸ਼ਮਾ ਬੰਦ ਕਰ ਦਿੱਤਾ, ਜੋ ਹਸਨ ਅਬਦਾਲ ਦੇ ਲੋਕਾਂ ਦਾ ਮੁੱਖ ਪਾਣੀ ਦਾ ਸਰੋਤ ਸੀ। ਲੋਕਾਂ ਦੀ ਮੰਗ ਦਾ ਉਸ ਉੱਪਰ ਕੋਈ ਅਸਰ ਨਹੀਂ ਹੋਇਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਵਲੀ ਕੰਧਾਰੀ ਕੋਲ ਅਰਜ਼ ਕਰਨ ਲਈ ਭੇਜਿਆ, ਪਰ ਉਸਨੇ ਕੋਈ ਵੀ ਗੱਲ ਮੰਨਣ ਅਤੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਭਾਈ ਮਰਦਾਨਾ ਜੀ ਦੀਆਂ ਦੁਬਾਰਾ ਬੇਨਤੀਆਂ ਕਰਨ ਤੋਂ ਵਲੀ ਕੰਧਾਰੀ ਨੇ ਪਾਣੀ ਨਹੀਂ ਦਿੱਤਾ। ਅੰਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ 7 ਕਰਤਾਰ ਆਖ ਪਹਾੜੀ ਥੱਲਿਓਂ ਪੱਥਰ ਚੁੱਕਿਆ ਤਾਂ ਚਸ਼ਮਾ ਵਹਿ ਤੁਰਿਆ। ਨਗਰ ਦੀ ਸੰਗਤ ਨੇ ਗੁਰੂ ਸਾਹਿਬ ਜੀ ਦੇ ਜੈ ਜੈਕਾਰ ਕੀਤੀ ਅਤੇ ਸਿੱਖੀ ਧਾਰਨ ਕੀਤੀ। ਵਲੀ ਕੰਧਾਰੀ ਇਹ ਵੇਖ ਹੋਰ ਗੁੱਸੇ ਵਿੱਚ ਆਇਆ ਤਾਂ ਉਸਨੇ ਵੱਡਾ ਸਾਰਾ ਪੱਥਰ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਪਹਾੜੀ ਥੱਲੇ ਨੂੰ ਰੇੜ ਦਿੱਤਾ। ਗੁਰੂ ਸਾਹਿਬ ਜੀ ਅਡੋਲ ਚਿੱਤ ਬੈਠੇ ਰਹੇ। ਜਦੋਂ ਪੱਥਰ ਆਪ ਜੀ ਦੇ ਪਾਸ ਪੁੱਜਣ ਲੱਗਾ ਤਾਂ ਆਪ ਜੀ ਨੇ 7 ਕਰਤਾਰ ਆਖ ਆਪਣੇ ਪੰਜੇ ਨਾਲ ਉਸ ਪੱਥਰ ਨੂੰ ਰੋਕ ਲਿਆ। ਗੁਰੂ ਸਾਹਿਬ ਜੀ ਦਾ ਪੰਜਾ ਉਸ ਪੱਥਰ ਵਿੱਚ ਲੱਗਿਆ ਤੇ ਪੱਥਰ ਉੱਥੇ ਹੀ ਰੁਕ ਗਿਆ। ਵਲੀ ਕੰਧਾਰੀ ਇਹ ਕੌਤਕ ਵੇਖ ਹੈਰਾਨ ਹੋਇਆ। ਵਲੀ ਕੰਧਾਰੀ ਇਹ ਕੌਤਕ ਦੇਖ ਬਹੁਤ ਹੈਰਾਨ ਹੋਇਆ। ਅੰਤ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ। ਇਸ ਅਸਥਾਨ ਤੇ ਹੁਣ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ ਮੌਜੂਦ ਹੈ, ਜੋ ਕਿ ਅਜੋਕੇ ਸਮੇਂ ਪਾਕਿਸਤਾਨ ਵਿੱਚ ਹੈ। ਇੱਥੋਂ ਆਪ ਜੀ ਸੈਦਪੁਰ ਪਹੁੰਚੇ। ਉਸ ਸਮੇਂ ਹੀ ਬਾਬਰ ਨੇ ਸੈਦਪੁਰ ਤੇ ਹਮਲਾ ਕਰ ਦਿੱਤਾ। ਬਾਬਰ ਨੇ ਜਿਸ ਪ੍ਰਕਾਰ ਸੈਦਪੁਰ ਸ਼ਹਿਰ ਤੇ ਹਮਲਾ ਕੀਤਾ ਅਤੇ ਲੋਕ ਕਤਲੋ ਗਾਰਤ ਮਚਾਈ, ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਾਰੇ ਘਟਨਾਕ੍ਰਮ ਨੂੰ ਬਾਣੀ ਵਿੱਚ ਬਿਆਨ ਕੀਤਾ ਹੈ। ਇਸ ਘਟਨਾ ਨਾਲ ਸੰਬੰਧਿਤ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਅਤੇ ਇਹਨਾਂ ਨੂੰ ਬਾਬਰ ਬਾਣੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਹੁਣ ਗੱਲ ਕਰਾਂਗੇ ਅੰਤ ਸਮੇਂ ਦੀ। ਸੈਦਪੁਰ ਤੋਂ ਗੁਰੂ ਸਾਹਿਬ ਜੀ ਤਲਵੰਡੀ ਵਿਖੇ ਪਹੁੰਚੇ ਅਤੇ ਫਿਰ ਸੁਲਤਾਨਪੁਰ ਲੋਧੀ ਤੋਂ ਹੋ ਕੇ ਆਪ ਜੀ ਰਾਵੀ ਦੇ ਕੰਢੇ ਸਥਿਤ ਕਰਤਾਰਪੁਰ ਦੇ ਸਥਾਨ ਤੇ ਪਹੁੰਚ ਗਏ। ਇੱਥੇ ਆਪ ਜੀ ਨੇ ਪਰਿਵਾਰ ਸਮੇਤ ਰਹਿੰਦੇ ਹੋਏ ਖੇਤੀ ਕਰਨ ਲੱਗੇ। ਗੁਰੂ ਸਾਹਿਬ ਜੀ ਕਰਤਾਰਪੁਰ ਵਿਖੇ ਈਸ਼ਵਰੀ ਗਿਆਨ, ਭਗਤੀ ਅਤੇ ਰੱਬੀ ਕੀਰਤਨ ਦੇ ਖੁੱਲੇ ਗੱਫੇ ਵਰਤਾ ਕੇ ਲਕਾਈ ਨੂੰ ਆਤਮਿਕ ਖੁਰਾਕ ਨਾਲ ਤ੍ਰਿਪਤ ਕਰਦੇ। ਦੋਵੇਂ ਵੇਲੇ ਧੁਰਕੀ ਬਾਣੀ ਦਾ ਉਚਾਰਨ ਹੁੰਦਾ ਅਤੇ ਗੁਰੂ ਸਾਹਿਬ ਜੀ ਸ਼ੰਕਿਆਂ ਦੀ ਨਿਵਰਤੀ ਕਰ ਤਪਦੇ ਹਿਰਦਿਆਂ ਨੂੰ ਸ਼ਾਂਤ ਕਰਦੇ ਅਤੇ ਸਭ ਨੂੰ ਜੀਦਾਨ ਦੇ ਕੇ ਭਗਤੀ ਵਿੱਚ ਲਾ ਹਰੀ ਸਿਉ ਮਿਲਾ ਰਹੇ ਸਨ। ਇਸ ਸਮੇਂ ਦੌਰਾਨ ਆਪ ਜੀ ਨੂੰ ਪਤਾ ਚੱਲਿਆ ਕਿ ਸ਼ਿਵਰਾਤਰੀ ਦੇ ਮੌਕੇ ਅਚਲ ਪਟੇਲੇ ਦੇ ਸਥਾਨ ਤੇ ਜੋਗੀ ਸਿੱਧ ਆਪਣੀਆਂ ਕਰਾਮਾਤਾਂ ਦਿਖਾ ਭੋਲੀ ਜਨਤਾ ਨੂੰ ਲੁੱਟਦੇ ਹਨ। ਇਸ ਯਾਤਰਾ ਨੂੰ ਗੁਰੂ ਸਾਹਿਬ ਦੀ 5ਵੀਂ ਉਦਾਸੀ ਨਾਲ ਵੀ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਅਚਲ ਬਟਾਲੇ ਪਹੁੰਚੇ। ਆਪ ਮੇਲੇ ਤੋਂ ਥੋੜੇ ਹਟਵੇਂ ਬਹਿ ਕੀਰਤਨ ਕਰਨ ਲੱਗੇ। ਸੰਗਤਾਂ ਗੁਰੂ ਸਾਹਿਬ ਜੀ ਦੇ ਦਿਵਾਲੇ ਆ ਜੁੜੀਆਂ। ਸਿੱਧਾਂ ਤੇ ਜੋਗੀਆਂ ਨੂੰ ਬਹੁਤ ਗੁੱਸਾ ਆਇਆ। ਇਹਨਾਂ ਦੇ ਮੁਖੀ ਭੰਗਰਨਾਥ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਆਪ ਨੇ ਉਦਾਸੀ ਭੇਖ ਲਾ ਕੇ ਗ੍ਰਹਿਸਥੀ ਲਿਬਾਸ ਕਿਉਂ ਧਾਰਨ ਕਰ ਲਿਆ ਹੈ? ਇਹ ਤੁਹਾਡਾ ਕੰਮ ਦੁੱਧ ਵਿੱਚ ਕਾਂਜੀ ਪਾਉਣ ਵਾਲਾ ਹੈ। ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਅਸੀਂ ਤਾਂ ਗੁਰਮੁਖ ਖੋਜਣ ਕਾਰਨ ਹੀ ਉਦਾਸੀ ਭੇਖ ਧਾਰਨ ਕੀਤਾ ਸੀ। ਉਹ ਕੰਮ ਸੰਪੂਰਨ ਹੋ ਗਿਆ ਹੈ, ਇਸ ਲਈ ਅਸੀਂ ਹੁਣ ਫਿਰ ਗ੍ਰਹਿਸਥੀ ਲਿਬਾਸ ਪਹਿਨ ਲਿਆ ਹੈ। ਪਰੰਤੂ
ਭੰਗਰਨਾਥ ਜੀ, ਤੁਸੀਂ ਕਿਸ ਭਰਮ ਵਿੱਚ ਫਸੇ ਹੋਏ ਹੋ, ਜਿਨ੍ਹਾਂ ਗ੍ਰਹਿਸਤੀਆਂ ਨੂੰ ਮਾੜਾ ਕਹਿੰਦੇ ਹੋ, ਫਿਰ ਉਹਨਾਂ ਦੇ ਘਰੀ ਹੀ ਮੰਗਣ ਜਾਂਦੇ ਹੋ। ਜਿਨ੍ਹਾਂ ਕੋਲੋਂ ਮੰਗ ਕੇ ਖਾਂਦੇ ਹੋ, ਉਹਨਾਂ ਦੀ ਹੀ ਨਿੰਦਿਆ ਕਰਦੇ ਹੋ। ਇਹ ਕਿੱਥੋਂ ਦਾ ਤਿਆਗ ਹੈ? ਕਿਰਤ ਕਮਾਈ ਛੱਡ ਗ੍ਰਹਿਸਤ ਦਾ ਤਿਆਗ ਕਰ। ਆਪਣੀ ਵਿਹਲੜ ਬਿਰਤੀ ਨੂੰ ਤੁਸੀਂ ਚੰਗਾ ਸਮਝਦੇ ਹੋ, ਗ੍ਰਹਿਸਤੀ ਬਣਨਾ ਮਾੜਾ ਸਮਝਦੇ ਹੋ। ਇਹ ਕਿੱਥੋਂ ਦਾ ਯੋਗ ਹੈ? ਅਸੀਂ ਗ੍ਰਹਿਸਤ ਵਿੱਚ ਰਹਿ ਕੇ ਮਾਤਾ ਪਿਤਾ ਦੀ ਸੇਵਾ ਕਰ, ਬੱਚਿਆਂ ਦਾ ਪਾਲਣ ਕਰ, ਦਸਾਂ ਨਹੁੰਆਂ ਦੀ ਕਿਰਤ ਕਰ, ਰੱਬ ਦੇ ਸ਼ੁਕਰ ਵਿੱਚ ਵੰਡ ਕੇ ਛਕਦੇ ਹਾਂ। ਅਸੀਂ ਤਾਂ ਇਹ ਯੋਗ ਕਮਾਉਂਦੇ ਹਾਂ ਤੇ ਹੋਰਨਾਂ ਨੂੰ ਇਹ ਯੋਗ ਧਾਰਨ ਕਰਨ ਦਾ ਉਪਦੇਸ਼ ਕਰਦੇ ਹਾਂ। ਗੁਰੂ ਸਾਹਿਬ ਦੇ ਬਚਨ ਸੁਣ ਜੋਗੀ ਨਿੱਤਰ ਹੋ ਗਏ। ਫਿਰ ਜੋਗੀਆਂ ਅਤੇ ਸਿੱਧਾਂ ਨੇ ਕਰਾਮਾਤਾਂ ਵਿਖਾ ਰਿੱਧੀਆਂ ਸਿੱਧੀਆਂ ਦੇ ਬਲ ਤੇ ਗੁਰੂ ਸਾਹਿਬ ਜੀ ਨੂੰ ਡਰਾਉਣ ਤੇ ਭਰਮਾਉਣ ਦਾ ਯਤਨ ਕੀਤਾ। ਸਾਰਾ ਕੁਝ ਵਿਅਰਥ ਜਾਂਦਾ ਪ੍ਰਤੀਤ ਹੋਇਆ ਤਾਂ ਸਿੱਧਾਂ ਤੇ ਜੋਗੀਆਂ ਨੇ ਗੁਰੂ ਸਾਹਿਬ ਨੂੰ ਪੁੱਛਿਆ, ਸਿੱਧ ਬੋਲਣ ਸੁਣ ਨਾਨਕਾ, ਤੁਹੀਂ ਜੋਗ ਨਾ ਕਰਮਾਤੇ ਦਿਖਾਈ। ਕੁਝ ਵਿਖੇਲੇ ਆਸਾਂ ਨੌ, ਤਾਹੀਂ ਕਿਉਂ ਢਲ ਆਵੇ ਲਾਈ। ਸਿੱਧਾਂ ਦੀ ਗੱਲ ਸੁਣ ਗੁਰੂ ਨਾਨਕ ਸਾਹਿਬ ਜੀ ਬੋਲੇ, ਬਾਬਾ ਭੋਲੇ ਨਾਥ ਜੀ, ਅਸੀਂ ਵੇਖਣ ਜੋਗੀ ਵਸਤ ਨਾ ਕੋਈ। ਗੁਰ ਸੰਗਤ ਬਾਣੀ ਬਿਨ ਦੂਜ ਓਟ ਨਹੀਂ ਹੈ ਰਾਈ। ਅਤੇ ਬਾਝੋਂ ਨਾਮ ਦੇ ਹੋਰ ਕਰਮਾਤੀ ਆਸਾਂ ਤੇ ਨਹੀਂ। ਅਸੀਂ ਸਾਰੀ ਚਰਚਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਅੰਕਿਤ ਕੀਤੀ ਹੈ। ਜੋਗੀ ਅਤੇ ਸਿੱਧ ਗੁਰੂ ਸਾਹਿਬ ਜੀ ਦਾ ਉੱਤਰ ਸੁਣ ਹਾਰ ਮੰਨ ਗਏ। ਭਵਿੱਖ ਵਿੱਚ ਇਸ ਚਰਚਾ ਤੋਂ ਬਾਅਦ ਜੋਗੀਆਂ ਤੇ ਸਿੱਧਾਂ ਨੇ ਕਦੇ ਗੁਰੂ ਘਰ ਨਾਲ ਮੱਥਾ ਲਾਉਣ ਦਾ ਹਿਆਂ ਵੀ ਨਹੀਂ ਕੀਤਾ। ਅਚਲ ਬਟਾਲੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਮੁਲਤਾਨ ਵਿੱਚ ਪਖੰਡੀ ਪੀਰ ਫਕੀਰ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਕਿਰਾਏ ਪਾ ਕੇ ਤੰਗ ਕਰਦੇ ਸਨ। ਮੁਲਤਾਨ ਸ਼ਹਿਰ ਪੀਰ ਫਕੀਰਾਂ ਨਾਲ ਭਰਪੂਰ ਸੀ। ਗੁਰੂ ਸਾਹਿਬ ਜੀ ਦੀ ਆਮਦ ਸੁਣ ਪੀਰ ਫਕੀਰਾਂ ਨੇ ਦੁੱਧ ਦਾ ਨੱਕੋ ਨੱਕ ਭਰਿਆ ਹੋਇਆ ਟੋਕਰਾ ਗੁਰੂ ਸਾਹਿਬ ਨੂੰ ਭੇਜਿਆ। ਉਸ ਦਾ ਭਾਵ ਸੀ ਕਿ ਇਹ ਨਗਰ ਪਹਿਲਾਂ ਹੀ ਪੀਰਾਂ ਫਕੀਰਾਂ ਨਾਲ ਭਰਿਆ ਹੋਇਆ ਹੈ, ਹੋਰ ਕਿਸੇ ਸਾਧੂ ਫਕੀਰ ਲਈ ਇੱਥੇ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬ ਜੀ ਨੇ ਉੱਤਰ ਵਿੱਚ ਚਮੇਲੀ ਦਾ ਫੁੱਲ ਤੋੜ ਕੇ ਦੁੱਧ ਦੇ ਭਰੇ ਹੋਏ ਕਟੋਰੇ ਉੱਪਰ ਟਿਕਾ ਦਿੱਤਾ। ਉੱਤਰ ਸੀ ਕਿ ਅਸੀਂ ਪਹਿਲੇ ਪੀਰਾਂ ਫਕੀਰਾਂ ਉੱਪਰ ਕੁਝ ਠੋਸਣ ਨਹੀਂ, ਬਲਕਿ ਚਮੇਲੀ ਦਾ ਫੁੱਲ ਦੀ ਤਰ੍ਹਾਂ ਨਿਰਲੇਪ ਰਹਿਣ ਵਾਸਤੇ ਆਏ ਹਾਂ। ਇਸ ਮਗਰੋਂ ਸ਼ਹਿਰ ਦੇ ਉੱਗੇ ਪੀਰ ਫਕੀਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਅਤੇ ਚਰਚਾ ਲਈ ਆਏ, ਪਰੰਤੂ ਗੁਰੂ ਸਾਹਿਬ ਜੀ ਦੀ ਅਧਿਆਤਮਕ ਪਹੁੰਚ ਦੇ ਕਾਇਲ ਹੋਏ। ਮੁਲਤਾਨ ਤੋਂ ਗੁਰੂ ਸਾਹਿਬ ਜੀ ਫਿਰ ਕਰਤਾਰਪੁਰ ਆ ਗਏ। ਕਰਤਾਰਪੁਰ ਵਿਖੇ ਆਪ ਜੀ ਨੇ 18 ਤੋਂ 20 ਸਾਲ ਸਿੱਖੀ ਦੇ ਬੂਟੇ ਨੂੰ ਖੁਦ ਸਿੰਜਿਆ। ਸਿੱਖ ਧਰਮ ਦੀਆਂ ਸੰਸਥਾਵਾਂ ਨੇ ਅਮਲੀ ਜਾਮਾ ਪਾ ਆਪ ਦੇ ਹੱਥੀਂ ਪਹਿਨਾਇਆ। ਨਿਤਨੇਮ, ਲੰਗਰ, ਸੰਗਤ, ਸੇਵਾ ਆਦਿ ਅਜਿਹੇ ਸੱਭਿਆਚਾਰ ਆਪਣੇ ਹੱਥੀਂ ਪ੍ਰਫੁੱਲਿਤ ਕੀਤੇ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਕਰਤਾਰਪੁਰ ਵਿਖੇ ਰੋਜ਼ ਦਾ ਨਿਤਨੇਮ, ਸਦੌਰ, ਆਰਤੀ ਗਾਵੇ, ਅੰਮ੍ਰਿਤ ਵੇਲੇ ਜਾਪ ਉਚਾਰਾ ਸਥਾਪਿਤ ਹੋ ਗਿਆ ਸੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਹੁਕਮਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਦਾ ਕਮਾ ਕੇ ਦੱਸ ਰਹੇ ਸਨ। ਭਾਈ ਲਹਿਣਾ ਜੀ ਕੋਲ 1539 ਦੇ ਆਸ-ਪਾਸ ਆ ਪਾਏ। 1539 ਈਸਵੀ ਨੂੰ ਭਾਈ ਲਹਿਣਾ ਜੀ ਕੌਣ ਸਨ? ਸ਼੍ਰੀ ਗੁਰੂ ਅੰਗਦ ਦੇਵ ਜੀ। 1539 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਕੋਲ ਪਹੁੰਚਦੇ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਧਿਆਤਮਵਾਦੀ ਪਹੁੰਚ ਦੇ ਕਾਇਲ ਹੋ ਕਰਤਾਰਪੁਰ ਹੀ ਗੁਰੂ ਸਾਹਿਬ ਜੀ ਕੋਲ ਨਿਵਾਸ ਕਰ ਸੇਵਾ ਤੇ ਸਿਮਰਨ ਵਿੱਚ ਦਿਨ ਗੁਜ਼ਾਰਨ ਲੱਗੇ। ਭਾਈ ਲਹਿਣਾ ਜੀ ਦਾ ਭਰੋਸਾ, ਸਿੱਖੀ ਸਿਦਕ, ਯੋਗਤਾ, ਆਗਿਆਕਾਰੀ ਸੁਭਾਅ ਅਤੇ ਸਿੱਖੀ ਸ਼ਰਧਾ ਵੇਖ ਆਪ ਜੀ ਬਹੁਤ ਪ੍ਰਸੰਨ ਹੋਏ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਭਾਈ ਲਹਿਣਾ ਜੀ ਖਿੜੇ ਮੱਥੇ ਕਬੂਲਦੇ ਸਨ। ਸਤ ਬਚਨ ਆਖ ਪੂਰਾ ਕਰਦੇ ਸਨ।
ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਹੋਰ ਸਿੱਖ ਸੇਵਕਾਂ ਅਤੇ ਆਪਣੇ ਪੁੱਤਰਾਂ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਤੋਂ ਵਧੇਰੇ ਆਗਿਆਕਾਰੀ ਅਤੇ ਗੁਰਮਤਿ ਸੂਝ-ਬੂਝ ਦੇ ਪਾਂਦੀ ਜਾਣ ਅਤੇ ਹੋਰ ਪ੍ਰੀਖਿਆਵਾਂ ਵਿੱਚੋਂ ਲੰਘਣ ਉਪਰੰਤ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾ ਗੁਰੂ ਗੱਦੀ ਦਾ ਕੰਮ ਸੰਭਾਲਣ ਵਾਸਤੇ ਸਭ ਤੋਂ ਯੋਗ ਸਮਝਿਆ। ਆਪ ਜੀ ਨੇ ਸਖਤ ਪ੍ਰੀਖਿਆਵਾਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ 1539 ਈਸਵੀ ਵਿੱਚ ਗੁਰਗੱਦੀ ਤੇ ਬਿਰਾਜਮਾਨ ਕਰਵਾਇਆ ਅਤੇ ਆਪ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੇ। ਉਪਰੰਤ ਆਪ ਜੀ ਨੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਦੇ ਵਿਰੋਧ ਕਾਰਨ ਆਪ ਜੀ ਨੂੰ ਖਡੂਰ ਸਾਹਿਬ ਵਿਖੇ ਜਾਣ ਦੀ ਸਲਾਹ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਿਖੇ ਆ ਗਏ। ਰਾਏ ਸੱਤਾ ਤੇ ਪਲਵਿੰਡ ਦੀ ਰਾਮਕਲੀ ਦੀ ਵਾਰ ਇਸ ਘਟਨਾ ਦੀ ਗਵਾਹੀ ਭਰਦੀ ਹੈ ਕਿ ਆਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮਾਂ ਮੰਨ ਖਡੂਰ ਸਾਹਿਬ ਆ ਰਹੇ। ਹੁਣ ਜੋ ਵੀ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਹਿਤ ਆਉਂਦੀ ਹੈ, ਆਪ ਖੁਦ ਉਹਨਾਂ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰ ਤ੍ਰਿਪਤ ਹੋਣ ਦੀ ਪ੍ਰੇਰਨਾ ਕਰਦੇ। ਆਪ ਜੀ ਨੇ ਕੁੱਲ 977 ਸ਼ਬਦ 20 ਰਾਗਾਂ ਵਿੱਚ ਉਚਾਰੇ। ਆਪ ਜੀ ਦੀਆਂ ਰਚਨਾਵਾਂ ਵਿੱਚੋਂ ਪ੍ਰਮੁੱਖ ਜਪਜੀ ਸਾਹਿਬ ਜੀ, ਸਿੱਧ ਗੋਸ਼ਟ, ਪੱਟੀ, ਦੱਖਣ, ਓਂਕਾਰ, ਆਰਤੀ, ਬਾਬਰ ਬਾਣੀ ਆਦਿ ਪ੍ਰਮੁੱਖ ਬਾਣੀਆਂ ਹਨ। ਜਪਜੀ ਸਾਹਿਬ ਜੀ ਨਿਤਨੇਮ ਦੀ ਬਾਣੀ ਹੈ, ਜਿਸ ਦਾ ਪਾਠ ਹਰ ਗੁਰਸਿੱਖ ਰੋਜ਼ਾਨਾ ਅੰਮ੍ਰਿਤ ਵੇਲੇ ਕਰਦਾ ਹੈ। ਆਪ ਜੀ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ, ਜੋ ਕਿ ਮਨੁੱਖਤਾ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲਿਜਾਣ ਦਾ ਮਾਰਗ ਦਰਸਾ ਰਹੀ ਹੈ। ਅੰਤ ਕਰਤਾਰ ਵੱਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਪੂਰਾ ਕਰ ਆਪ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਅਕਾਲ ਪੁਰਖ ਵਿੱਚ ਅਭੇਦ ਹੋ ਗਏ। ਇਹ ਸੀਗੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੂਰੀ ਜਾਣਕਾਰੀ। ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ। ਇਹ ਵੀਡੀਓ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ। ਤੁਹਾਨੂੰ ਇਹ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤਦ ਤੱਕ ਲਈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।